ਮੇਰੀ ਤਾਂ ਅਪੀਲ ਪਹਿਲਾਂ ਭਗਵੰਤ ਮਾਨ ਜੀ ਨੂੰ ਵੀ ਕੀਤਾ ਸੀ ਵੀ ਕੇਂਦਰ ਸਰਕਾਰ ਦੇ ਨਾਲ ਰਲ ਕੇ ਤੁਸੀਂ ਕੋਈ ਕੰਸਟਰਕਟਿਵ ਕੰਮ ਕਰੋ ਤਾਂ ਕਿ ਪੰਜਾਬ ਇਸ ਦਲਦਲ ਚੋਂ ਨਿਕਲ ਸਕੇ। ਪਰ ਉਹਨਾਂ ਕੋਲੋਂ ਕੋਈ ਪੋਜ਼ਿਟਿਵ ਹੁੰਗਾਰਾ ਇਸ ਕਿਸਮ ਦਾ ਮਿਲਿਆ ਨਹੀਂ। ਉਹ ਤਾਂ ਜਿਸ ਹਿਸਾਬ ਨਾਲ ਪੰਜਾਬ ਨੂੰ ਵੀ ਕੱਲ ਪੰਜਾਬ ਰਹਿਣਾ ਹੀ ਨਹੀਂ, ਉਸ ਹਿਸਾਬ ਨਾਲ ਫੂਕਣ ਨੂੰ ਲੱਗੇ ਹੋਏ ਪੰਜਾਬ ਨੂੰ। ਜੇ ਕੱਲਾ ਸਿਰਫ ਕੇਂਦਰ ਨੂੰ ਹੀ ਕੋਸ ਕੇ ਜੇ ਪੰਜਾਬ ਚਲਾਉਣਾ ਚਾਹੁੰਦੇ ਹੈ ਜਾਂ ਦਾਰੂ ਵੇਚ ਕੇ ਪੰਜਾਬ ਦਾ ਵਿਕਾਸ ਕਰਨਾ ਚਾਹੁੰਦੇ ਹੈ ਤਾਂ ਉਹ ਕੰਮ ਪੰਜਾਬ ਦੇ ਲੋਕ ਜ਼ਿਆਦਾ ਦੇਰ ਤਾਈਂ ਉਹਨੂੰ ਸਵੀਕਾਰ ਕਰਨਗੇ ਨਹੀਂ। ਕੱਲ ਅਮਿਤ ਸ਼ਾਹ ਜੀ ਨੇ ਆਣਾ ਹੈ। ਪਿਛਲੇ 9 ਸਾਲ ਦੇ ਅੰਦਰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦੇ ਅਗਵਾਈ ਦੇ ਵਿੱਚ ਬੀਜੇਪੀ ਨੇ ਜੋ ਡਿਵੈਲਪਮੈਂਟ ਕੀਤੀ ਹੈ ਦੇਸ਼ ਦੇ ਅੰਦਰ, ਉਹਦਾ ਮੈਸੇਜ ਲੋਕਾਂ ਤਾਈਂ ਪਹੁੰਚ ਸਕੇ। 2024 ਚੋਣਾਂ ਨੂੰ ਲੈ ਕੇ ਪੰਜਾਬ ਦੇ ਮੁੱਦਿਆਂ ਤੇ ਭਾਜਪਾ ਨੇ ਤਿਆਰੀ ਕੱਸੀ ਹੈ। 18 ਤਰੀਕ ਨੂੰ ਕੇਂਦਰੀ ਮੰਤਰੀ ਅਮਿਤ ਸ਼ਾਹ ਗੁਰਦਾਸਪੁਰ ਰੈਲੀ ਕਰ ਰਹੇ ਨੇ। ਇਸ ਤੋਂ ਪਹਿਲਾਂ 2 ਦਿਨ ਪਹਿਲਾਂ ਜਿਹੜੇ ਕੌਮੀ ਪ੍ਰਧਾਨ ਨੇ ਭਾਜਪਾ ਦੇ ਜੇਪੀ ਨੱਡਾ, ਉਹ ਆ ਕੇ ਗਏ। ਇੱਕ ਪੋਜ਼ਿਟਿਵ ਜੈਸਚਰ ਜਿਹੜਾ ਹੈ ਭਾਜਪਾ ਦਾ, ਸੁਨੀਲ ਜਾਖੜ ਉਹਨਾਂ ਨੂੰ ਦੇਖੇ ਉੱਥੇ ਸਟੇਜ ਪਰ ਵੀ ਨਜ਼ਰ ਆਇਆ, ਜੋ ਹੱਥ ਮਿਲਾਇਆ ਗਿਆ, ਉਸ ਤੋਂ ਬਾਅਦ ਫੜ ਕੇ ਅੱਗੇ ਕੀਤਾ ਗਿਆ। ਸੀਨੀਅਰ ਲੀਡਰ ਨੇ ਮੇਰੇ ਨਾਲ ਨੇ ਇਸ ਵੇਲੇ ਸੁਨੀਲ ਜਾਖੜ ਜੀ। ਜਾਖੜ ਜੀ, ਅਮਿਤ ਸ਼ਾਹ ਆ ਰਹੇ ਨੇ, ਖਾਸ ਕਰਕੇ 2024 ਮੁੱਦਾ ਹੈ ਜਾਂ ਉਸ ਤੋਂ ਇਲਾਵਾ ਤੁਹਾਨੂੰ ਲੱਗਦਾ ਹੈ ਕਿ ਕੁਝ ਹੋਰ ਵੀ ਹੈ ਬੀਜੇਪੀ ਦੇ ਮਾਈਂਡ 'ਚ, ਅਮਿਤ ਸ਼ਾਹ ਉਹਨਾਂ ਦੇ ਮਾਈਂਡ 'ਚ? ਤੁਹਾਨੂੰ ਕੀ ਲੱਗਦਾ, ਤੁਹਾਡੀ ਐਕਸਪੈਕਟੇਸ਼ਨਸ ਖਾਸ ਕਰਕੇ ਕੀ ਹੈ? ਦੇਖੋ, ਆ ਜਿਹੜਾ ਚਾਹੇ ਨੱਡਾ ਸਾਹਿਬ ਆਏ 2 ਦਿਨ ਪਹਿਲਾਂ ਜਾਂ ਹੁਣ ਕੱਲ ਅਮਿਤ ਸ਼ਾਹ ਜੀ ਨੇ ਆਣਾ ਹੈ, ਆ ਪਿਛਲੇ 9 ਸਾਲ ਦੇ ਅੰਦਰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦੇ ਅਗਵਾਈ ਦੇ ਵਿੱਚ ਬੀਜੇਪੀ ਨੇ ਜੋ ਡਿਵੈਲਪਮੈਂਟ ਕੀਤੀ ਹੈ ਦੇਸ਼ ਦੇ ਅੰਦਰ, ਉਹਦਾ ਮੈਸੇਜ ਲੋਕਾਂ ਤਾਈਂ ਪਹੁੰਚ ਸਕੇ। ਕਿਉਂਕਿ ਜਿਹੜੇ ਬੈਨੀਫਿਟ ਲੋਕਾਂ ਨੂੰ, ਆਮ ਬੰਦੇ ਨੂੰ, ਜਿਹੜੇ ਪਿਛੜ ਗਏ ਸੀ, ਆਖਰ 'ਚ ਖੜੇ ਹੈ ਲਾਈਨ ਦੇ ਅੰਦਰ, ਸਭ ਤੋਂ ਆਖਿਰ 'ਚ ਜਿਹੜੇ ਖੜੇ ਹੈ ਗਰੀਬ ਲੋਕ ਹੈ, ਉਹਨਾਂ ਵਾਸਤੇ, ਪੰਜਾਬ ਵਾਸਤੇ, ਦੇਸ਼ ਵਾਸਤੇ ਤੇ ਦੇਸ਼ ਦੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜੋ ਇੱਕ ਪਹਿਚਾਣ ਬਣਾਈ ਹੈ, ਉਹਨੂੰ ਲੈ ਕੇ ਅਮਿਤ ਸ਼ਾਹ ਜੀ ਜਾਂ ਨੱਡਾ ਸਾਹਿਬ ਆ ਕੇ ਲੋਕਾਂ ਨਾਲ ਆਪਣੀ ਰਾਏ ਸਾਂਝੀ ਕਰ ਰਹੇ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਸਰਕਾਰ ਜਿਹੜੀ ਉਹਨਾਂ ਨੇ ਚੁਣ ਕੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਜੋ ਫਤਵਾ ਦਿੱਤਾ ਸੀਗਾ, ਉਹਦਾ ਇਸਤੇਮਾਲ ਦੇਸ਼ ਦੀ ਭਲਾਈ ਵਾਸਤੇ ਤੇ ਸੂਬੇ ਦੀ ਭਲਾਈ ਵਾਸਤੇ ਕਿਵੇਂ ਕੀਤਾ, ਉਸ ਨਜ਼ਰੀਏ ਨਾਲ ਆ ਰਹੇ ਹੈ। ਚਾਹੇ ਉਹਨੂੰ ਰਾਜਨੀਤਿਕ ਜਿਹੜੇ ਪੰਡਤ ਹੈ ਉਹ ਉਸ ਨਾਲ ਜੋੜ ਕੇ ਦੇਖਦੇ ਆ ਵੀ ਇਲੈਕਸ਼ਨ ਸਿਰ ਤੇ ਖੜੇ ਹੈ। ਓਬਵੀਅਸਲੀ ਕੋਈ ਵੀ ਪੋਲੀਟੀਕਲ ਪਾਰਟੀ ਇਲੈਕਸ਼ਨ ਨੂੰ ਆਪਣੇ ਮੱਦੇਨਜ਼ਰ ਰੱਖਦੀ ਹੈ ਤੇ ਬੀਜੇਪੀ ਦਾ ਮੈਂ ਦੇਖਿਆ ਪਿਛਲੇ 1 ਸਾਲ ਦੇ ਅੰਦਰ ਵੀ ਉਹ ਹਰ ਸਮੇਂ ਤਿਆਰ ਹੈ ਕਿਸੇ ਵੀ ਸਿਚੁਏਸ਼ਨ ਨੂੰ ਲੈ ਕੇ, ਇਲੈਕਸ਼ਨ ਨੂੰ ਲੈ ਕੇ ਵੀ ਆਪਣੀ, ਕਿਉਂਕਿ ਬੇਸਿਸ ਜਿਹੜਾ ਹੈ ਡਿਵੈਲਪਮੈਂਟ ਹੈ, ਤਰੱਕੀ ਹੈ, ਤਰੱਕੀ ਦੇ ਵਾਸਤੇ ਲੋਕਾਂ ਨੂੰ ਜਾਗਰੂਕ ਕਰਾਉਣ ਦਾ ਸਾਰਾ ਮੁਹਿੰਮ ਚੱਲ ਰਿਹਾ। ਤੁਹਾਡੇ ਵੱਲੋਂ ਕੋਈ ਖਾਸ ਅਪੀਲ ਹੈਗੀ ਹੈ ਕਿ ਕਿਹੜੇ ਮੁੱਦਿਆਂ ਤੇ ਤੁਹਾਨੂੰ ਲੱਗਦਾ ਜੋ ਅਮਿਤ ਸ਼ਾਹ ਉਹਨਾਂ ਦੇ ਅਧੀਨ ਹੈਗੇ ਨੇ, ਭਾਜਪਾ ਦੇ ਕੇਂਦਰ ਦੇ ਅਧੀਨ ਨੇ? ਦੇਖੋ, ਕੇਂਦਰ ਦੇ ਬੇਸਿਕਲੀ ਡਿਵੈਲਪਮੈਂਟ ਦਾ ਮੁੱਦਾ ਹੈ। ਪੰਜਾਬ ਬੜੇ ਜਿਹੜਾ ਪਹਿਲਾਂ 1 ਨੰਬਰ ਦਾ ਸੂਬਾ ਹੁੰਦਾ ਸੀਗਾ ਸਾਰੇ ਸਟੇਟਸ ਦੇ ਅੰਦਰ, ਅੱਜ ਅਸੀਂ ਪਿਛੜ ਗਏ, ਹਰੇਕ ਪਾਸਿਓਂ ਪਿਛੜ ਗਏ। ਉਹਦੇ ਵਿੱਚ ਮੇਰੀ ਤਾਂ ਅਪੀਲ ਪਹਿਲਾਂ ਭਗਵੰਤ ਮਾਨ ਜੀ ਨੂੰ ਵੀ ਕੀਤਾ ਸੀ ਵੀ ਕੇਂਦਰ ਸਰਕਾਰ ਦੇ ਨਾਲ ਰਲ ਕੇ ਤੁਸੀਂ ਕੋਈ ਕੰਸਟਰਕਟਿਵ ਕੰਮ ਕਰੋ ਤਾਂ ਕਿ ਪੰਜਾਬ ਇਸ ਦਲਦਲ ਚੋਂ ਨਿਕਲ ਸਕੇ। ਪਰ ਉਹਨਾਂ ਕੋਲੋਂ ਕੋਈ ਪੋਜ਼ਿਟਿਵ ਹੁੰਗਾਰਾ ਇਸ ਕਿਸਮ ਦਾ ਮਿਲਿਆ ਨਹੀਂ। ਉਹ ਤਾਂ ਜਿਸ ਹਿਸਾਬ ਨਾਲ ਪੰਜਾਬ ਨੂੰ ਵੀ ਕੱਲ ਪੰਜਾਬ ਰਹਿਣਾ ਹੀ ਨਹੀਂ, ਉਸ ਹਿਸਾਬ ਨਾਲ ਫੂਕਣ ਨੂੰ ਲੱਗੇ ਹੋਏ ਪੰਜਾਬ ਨੂੰ, ਬਿਨਾਂ ਜਦੋਂ ਤਾਈਂ ਰਿਸੋਰਸ ਮੋਬਿਲਾਈਜੇਸ਼ਨ ਨਹੀਂ ਹੋਊਗੀ, ਜੇ ਕੱਲਾ ਸਿਰਫ ਕੇਂਦਰ ਨੂੰ ਹੀ ਕੋਸ ਕੇ ਜੇ ਪੰਜਾਬ ਚਲਾਉਣਾ ਚਾਹੁੰਦੇ ਹੈ ਜਾਂ ਦਾਰੂ ਵੇਚ ਕੇ ਪੰਜਾਬ ਦਾ ਵਿਕਾਸ ਕਰਨਾ ਚਾਹੁੰਦੇ ਹੈ ਤਾਂ ਉਹ ਕੰਮ ਪੰਜਾਬ ਦੇ ਲੋਕ ਜ਼ਿਆਦਾ ਦੇਰ ਤਾਈਂ ਉਹਨੂੰ ਸਵੀਕਾਰ ਕਰਨਗੇ ਨਹੀਂ। ਅੱਜ ਅਮਿਤ ਸ਼ਾਹ ਜੀ ਕਿਉਂਕਿ ਗੁਰਦਾਸਪੁਰ ਆ ਰਹੇ ਹੈ, ਹੁਣੇ 4 ਦਿਨ ਪਹਿਲਾਂ ਉਹਨਾਂ ਨੇ ਸਾਰੇ ਸੈਂਟਰਲ ਸਿਕਿਉਰਿਟੀ ਫੋਰਸਿਸ ਦੇ ਨਾਲ ਮੀਟਿੰਗ ਕੀਤੀ ਸੀ। ਉਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਸੀ ਵੀ ਕ੍ਰਾਸ ਬਾਰਡਰ ਜਿਸ ਤਰ੍ਹਾਂ ਡਰੱਗਸ ਆ ਰਹੀਆਂ, ਟੈਰਰਿਜ਼ਮ ਵਾਲਾ ਐਫਰਟਸ ਹੋ ਰਹੇ ਹੈ, ਇੱਥੇ ਭੜਕਾਉਣ ਦੀਆਂ ਕੋਸ਼ਿਸ਼ਾਂ ਕੀਤੀ ਜਾ ਰਹੀ। ਉਹਨਾਂ ਨੇ ਕਿਹਾ ਸੀ ਵੀ ਲੋਕਲ ਲੋਕਾਂ ਨੂੰ ਇਨਵੋਲਵ ਕਰੇ, ਜਿਹੜੀ ਹੈ ਸਿਕਿਉਰਿਟੀ ਫੋਰਸਿਸ, ਚਾਹੇ BSF ਹੈ, ਚਾਹੇ CRPF ਹੈ, ਬਾਕੀ ਏਜੰਸੀਜ਼ ਨੂੰ ਉਹਨਾਂ ਨਾਲ ਗੱਲ ਕੀਤੀ। ਉਹਦੇ ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਜੀ ਦੀ ਜਿਹੜੀ ਸਕੀਮ ਹੈ ਵਾਈਬਰੈਂਟ ਵਿਲੇਜ ਪ੍ਰੋਗਰਾਮ, ਉਹਦਾ ਉਹਨਾਂ ਨੇ ਜ਼ਿਕਰ ਕੀਤਾ ਸੀਗਾ। ਤੇ ਮੇਰੀ ਉਹਨਾਂ ਨੂੰ ਇਹ ਗੁਜ਼ਾਰਿਸ਼ ਹੈ, ਮੈਂ ਲਿਖ ਕੇ ਵੀ ਉਹਨਾਂ ਨੂੰ ਨੋਟ ਆਈ ਦੇਵਾਂਗਾ ਵੀ ਵਾਈਬਰੈਂਟ ਵਿਲੇਜ ਦੇ ਨਾਲ ਸ਼ੁੱਡ ਬੀ ਅ ਵਾਈਬਰੈਂਟ ਬਾਰਡਰ ਪ੍ਰੋਗਰਾਮ ਜਿਹੜਾ ਹੈ। ਪੰਜਾਬ ਤਾਂ ਅਸੀਂ ਤਾਂ ਜਿਹੜੀ ਫੈਂਸਿੰਗ ਉਸ ਤੋਂ ਪਾਰ ਜਾ ਕੇ, ਤਾਰੋਂ ਪਾਰ ਜਾ ਕੇ ਵੀ ਖੇਤੀ ਕਰਦੇ ਹਾਂ। ਰਾਜਸਥਾਨ ਦੇ ਅੰਦਰ ਦੂਰ ਤਾਈਂ ਚਾਹੇ ਰੇਗਿਸਤਾਨ ਹੈ, ਉੱਥੇ ਖੁੱਲ੍ਹਾ ਇਲਾਕਾ ਪਿਆ। ਇਸ ਟਾਈਮ ਵੀ ਆਰ ਬੇਸਿਕਲੀ ਅ ਫਰੰਟ ਲਾਈਨ, ਪਹਿਲੇ ਫਸਟ ਲਾਈਨ ਆਫ ਡਿਫੈਂਸ। ਸਾਡੇ ਜਿਹੜੇ ਉੱਥੇ ਲੋਕਲ ਬਾਰਡਰ ਤੇ ਬੈਠੇ ਸਾਡੇ ਪੇਂਡੂ ਭਰਾ ਆ, ਸਾਡੇ ਤਾਂ ਕਈ ਸ਼ਹਿਰ ਵੀ ਹੁਣ ਬਾਰਡਰ ਦੇ ਉੱਤੇ ਹੀ ਬੈਠੇ ਆ, ਉਹਨਾਂ ਨੂੰ ਐਮਪਾਵਰ ਕੀਤਾ ਜਾਵੇ। ਨਾ ਸਿਰਫ ਉੱਥੇ ਦੇ ਲੋਕਾਂ ਨੂੰ ਇਨਵੋਲਵ ਕੀਤਾ ਜਾਵੇ
ਬਟ ਇਨਵੋਲਵਮੈਂਟ ਦਾ ਜਿਹੜਾ ਤਰੀਕਾ ਹੈ ਉਹਨਾਂ ਨੂੰ ਇੰਪਾਵਰ ਕੀਤਾ ਜਾਵੇ ਫਾਈਨੈਂਸ਼ੀਅਲੀ ਇਕਨੋਮਿਕਲੀ ਇੰਡਸਟਰੀ ਨਾਲ। ਉੱਥੇ ਇੰਡਸਟਰੀ ਨੂੰ ਬਾਰਡਰ ਏਰੀਆ ਖਾਸ ਕਰਕੇ ਪੰਜਾਬ ਨੂੰ ਕੋਈ ਇੰਡਸਟਰੀਅਲ ਪੈਕੇਜ ਨਹੀਂ ਦਿੱਤਾ ਕਨਸਟੀਟਿਊਸ਼ਨਲ ਤਰੀਕੇ 'ਚ ਅੜਚਨ ਆ ਰਹੀ ਹੈ ਤਾਂ ਬਾਰਡਰ ਏਰੀਏ 'ਚ ਇਨਸੈਂਟੀਵਾਈਜ਼ ਕੀਤਾ ਜਾਵੇ। ਹੋ ਕੀ ਰਿਹਾ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੇ ਬਾਰਡਰ ਏਰੀਆ ਸਾਡਾ ਏਰੀਆ ਲੈ ਲਓ ਅਬੋਹਰ ਫਾਜ਼ਿਲਕਾ ਫਿਰੋਜ਼ਪੁਰ ਤਾਈਂ ਇੱਥੇ ਕਾਟਨ ਦੀ ਬਹੁਤ ਵੱਡੀ ਇੰਡਸਟਰੀ ਸੀ ਜਿਨਿੰਗ ਪ੍ਰੈਸਿੰਗ ਫੈਕਟਰੀ ਸੀਗੀਆਂ ਮੇਰੇ ਖਿਆਲ 'ਚ ਮੋਰ ਦੈਨ 60% ਬੰਦ ਹੋ ਗਈਆਂ। ਬਹੁਤ ਸਾਰੇ ਜਿਹੜੇ ਸ਼ੈਲਰ ਉਸ ਇਲਾਕੇ 'ਚ ਲੱਗੇ ਸੀ ਹੁਣ ਰਾਈ ਸ਼ੈਲਰ ਜਿਹੜੇ ਜਲਾਲਾਬਾਦ ਫਿਰੋਜ਼ਪੁਰ ਇਲਾਕੇ 'ਚ ਫਾਜ਼ਿਲਕਾ ਵਾਲੇ ਪਾਸੇ ਲੱਗੇ ਬਹੁਤ ਸਾਰੇ ਬੰਦ ਹੋ ਗਏ ਤੇ ਇਹਨਾਂ ਨੂੰ ਅਸੀਂ ਤਾਂ ਵਧਾਉਣਾ ਹੈ ਉੱਥੇ ਜਾ ਕੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ ਤਾਂ ਕਿ ਉਹ ISI ਜਾਂ ਉਧਰਲੀ ਜਿਹੜੀ ਤਾਕਤਾਂ ਬੈਠੀਆਂ ਉਹਨਾਂ ਦੇ ਸ਼ਿਕਾਰ ਨਾ ਬਣ ਜਾਣ ਉਹਨਾਂ ਦੀ ਆਮਦਨ ਦਾ ਸਾਧਨ ਬਣੇ ਦੇ ਆਰ ਪੋਜ਼ਿਟਿਵਲੀ ਇਨਵੋਲਵਡ ਦੇਸ਼ ਦੀ ਤਰੱਕੀ ਦੇ ਵਿੱਚ ਉਹਨਾਂ ਦਾ ਯੋਗਦਾਨ ਬਣੇ। ਇਹਨਾਂ ਗੱਲਾਂ ਨੂੰ ਲੈ ਕੇ ਬੇਸਿਕਲੀ ਗੱਲ ਕਰਾਂਗੇ ਪੰਜਾਬ ਦੇ ਅਮਨ ਸ਼ਾਂਤੀ ਵਾਸਤੇ ਜਿੱਥੇ ਤਾਈਂ ਮਸਲਾ ਹੈ ਲਾਅ ਐਂਡ ਆਰਡਰ ਦਾ ਮਸਲਾ ਹੈ ਚਾਹੇ ਸਟੇਟ ਸਬਜੈਕਟ ਹੈ ਪਰ ਮੈਂ ਸਮਝਦਾ ਅਮਿਤ ਸ਼ਾਹ ਜੀ ਨੇ ਪਹਿਲੇ ਵੀ ਕਿਹਾ ਤਾਂ ਹੁਣ ਵੀ ਉਹਨਾਂ ਦੀ ਮਨਸ਼ਾ ਕਲੀਅਰ ਹੈ ਵੀ ਕੇਂਦਰ ਸਰਕਾਰ ਹਰ ਪੱਖੋਂ ਪੰਜਾਬ ਦੀ ਮਦਦ ਕਰਨ ਨੂੰ ਤਿਆਰ ਹੈ ਬਸ਼ਰਤੇ ਪੰਜਾਬ ਹੈ ਆਪਣਾ ਜਿਹੜਾ ਰੋਲ ਹੈ ਨਿਭਾਵੇ। ਤੁਸੀਂ ਕਹਿ ਰਹੇ ਹੋ ਕਿ ਲੈਟਰ ਲਿਖੋਗੇ ਇਹ ਵਪਾਰ ਖੋਲਣ ਦਾ ਲੈਟਰ ਹੈਗਾ ਜਾਂ ਬਾਰਡਰ ਨੂੰ ਕੋਈ ਪ੍ਰਾਇੋਰਟੀ ਦੇਣ ਦਾ ਹੈਗਾ? ਪ੍ਰਾਇੋਰਟੀ ਦੀ ਗੱਲ ਕਰਾਂਗੇ ਬਾਰਡਰ ਖੋਲਣ ਵਾਲੀ ਗੱਲ ਮੈਂ ਸਮਝਦਾ ਵੀ ਪਾਕਿਸਤਾਨ ਅੱਜ ਬਹੁਤ ਹੀ ਮਾੜੇ ਹਾਲਾਤ ਚੋਂ ਨਿਕਲਿਆ ਉੱਥੇ ਅਫਰਾ ਤਫਰੀ ਅਰਾਜਕਤਾ ਫੈਲੀ ਹੋਈ ਬੇਸਿਕਲੀ ਉੱਥੇ ਜੋ ਹਾਲਾਤ ਬਣ ਰਹੇ ਹੈ ਤੇ ਮੈਂ ਤਾਂ ਪਹਿਲਾਂ ਵੀ ਇਕਨੋਮਿਕ ਮਦਦ ਦੀ ਵੀ ਕੋਈ ਨਾ ਕੋਈ ਸਹਾਇਤਾ ਉਹਨਾਂ ਨੂੰ ਦਾਣੇ ਪਾਣੀ ਦੀ ਕੀਤੀ ਜਾ ਸਕਦੀ ਹੈ ਜਦੋਂ ਲੋਕ ਲਾਈਨਾਂ 'ਚ ਲੱਗੇ ਖੜੇ ਸੀਗੇ ਪਰ ਉਹਦਾ ਕੋਈ ਪੋਜ਼ਿਟਿਵ ਹੁੰਗਾਰਾ ਕਿਤੇ ਲੋਕਾਂ 'ਚੋਂ ਆਇਆ ਨਹੀਂ। ਬਟ ਮੈਂ ਸਮਝਦਾ ਪੰਜਾਬ ਦੀ ਲੋੜ ਹੈ ਉਧਰ ਪਾਕਿਸਤਾਨ ਦੀ ਸਾਡੇ ਤੋਂ ਜ਼ਿਆਦਾ ਲੋੜ ਹੈ ਵੀ ਉਹ ਇੱਥੋਂ ਕੋਈ ਵਪਾਰ ਖੁੱਲੇ ਸਾਡਾ ਜਿਹੜਾ ਬਾਰਡਰ ਏਰੀਆ ਹੈ ਚਾਹੇ ਅੰਮ੍ਰਿਤਸਰ ਹੈ ਫਿਰੋਜ਼ਪੁਰ ਹੈ ਈਵਨ ਸਾਡਾ ਜਿਹੜਾ ਇੱਥੇ ਪਹਿਲਾਂ ਜਿਹੜੀ ਟ੍ਰੇਨ ਸੀ ਫਾਜ਼ਿਲਕਾ ਜਿਹੜੀ ਅਬੋਹਰ ਵਿੱਚ ਦੀ ਹੋ ਕੇ ਜਾਂਦੀ ਸੀਗੀ ਬਠਿੰਡਾ ਅਬੋਹਰ ਸਮਾਂ ਸੱਟਾ ਲਾਈਨ ਵਾਈ ਤੇ ਕਰਾਚੀ ਤਾਈਂ ਡਾਇਰੈਕਟ ਲਾਈਨ ਹੈ ਇੱਥੇ ਤਾਈਂ ਸਾਨੂੰ ਡਾਇਰੈਕਟ ਮਤਲਬ ਮਿਡਲ ਈਸਟ ਤਾਈਂ ਐਕਸੈਸ ਮਿਲਦੀ ਹੈ ਪਰ ਉਹ ਇੰਟਰਨੈਸ਼ਨਲ ਕੰਡੀਸ਼ਨਸ ਤੇ ਡਿਪੈਂਡ ਕਰਦਾ ਜਿਸ ਕਿਸਮ ਦੀ ਅਫਰਾ ਤਫਰੀ ਮਚੀ ਹੋਈ ਹੈ ਪਾਕਿਸਤਾਨ 'ਚ ਤੇ ਮੈਂ ਕਹਿੰਦੇ ਨਾ ਜਿਸ ਤਰ੍ਹਾਂ ਮਾੜਾ ਤੁਹਾਡਾ ਗੁਆਂਢੀ ਹੋਵੇ ਉਹ ਤੁਹਾਡੇ ਵਾਸਤੇ ਮਜਬੂਰੀ ਬਣ ਜਾਂਦਾ ਉਹ ਮਾੜਾ ਗੁਆਂਢੀ ਹੈ ਉਹ ਕਿਤੇ ਨਾ ਕਿਤੇ ਉਹ ਜਿਹੜੇ ਟੁੱਟੇ ਗੁਆਂਢੀ ਫਿਰ ਹੋਰ ਕਿਸੇ ਉਹਨਾਂ ਨੂੰ ਗਵਾਂਢ ਨੂੰ ਕੁਝ ਹੈ ਨਹੀਂ ਉਹ ਤਾਂ ਮੱਥੇ ਲੱਗਦੇ ਫਿਰਦੇ ਕਿਸੇ ਨਾ ਕਿਸੇ ਗੱਲ ਲੱਗਣ ਨੂੰ ਫਿਰਦੇ ਉਹਨਾਂ ਹਾਲਾਤਾਂ 'ਚ ਦੇਖ ਕੇ ਇੰਟਰਨੈਸ਼ਨਲ ਕੰਡੀਸ਼ਨਸ ਨੂੰ ਦੇਖ ਕੇ ਪ੍ਰਾਇੋਰਟੀ ਸ਼ੁੱਡ ਬੀ ਵੀ ਅਸੀਂ ਉਹਨੂੰ ਡਿਵੈਲਪ ਕਰੀਏ ਬਟ ਇਨ ਦਾ ਮੀਨ ਵਾਈਲ ਬਾਰਡਰ ਏਰੀਆ ਨੂੰ ਕੋਈ ਇਨਸੈਂਟਿਵ ਦਿੱਤਾ ਜਾਵੇ ਤਾਂ ਕਿ ਨਾ ਸਿਰਫ ਇੰਡਸਟਰੀ ਉੱਥੋਂ ਬੰਦ ਹੋਣ ਤੋਂ ਰੁਕੇ ਬਲਕਿ ਨਵੀਂ ਇੰਡਸਟਰੀ ਉੱਥੇ ਲੱਗੇ ਲੋਕਾਂ ਨੂੰ ਇਨਸੈਂਟੀਵਾਈਜ਼ ਕੀਤਾ ਜਾਵੇ। ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਮੁਲਾਕਾਤ ਕਰਨੀ ਚਾਹੀਦੀ ਹੈ ਜਾਂ ਕੁਝ ਅਲੱਗ ਤੋਂ ਰੱਖਣਾ ਚਾਹੀਦਾ ਹੈ ਜੀ? ਦੇਖੋ ਮਿਲਣਾ ਚਾਹੀਦਾ ਹੈ ਜਿਸ ਤਰ੍ਹਾਂ ਹੁਣ ਕੁਝ ਪਰਸੋਂ ਜਾ ਕੇ ਗਡਕਰੀ ਸਾਹਿਬ ਨੂੰ ਮਿਲ ਕੇ ਆਏ ਹੈ ਜਾਂ ਹੋਰ ਹਰਦੀਪ ਪੁਰੀ ਜੀ ਨੂੰ ਮਿਲ ਕੇ ਆਏ ਹੈ ਭਗਵੰਤ ਮਾਨ ਜੀ। ਦੇਖੋ ਕੇਂਦਰ ਤੇ ਤੁਹਾਡੇ ਪੋਲੀਟੀਕਲ ਡਿਫਰੈਂਸਿਸ ਹੋ ਸਕਦੇ ਹੈ ਪਰੰਤੂ ਸਟੇਟ ਦੀ ਡਿਵੈਲਪਮੈਂਟ ਸ਼ੁੱਡ ਬੀ ਦਾ ਮੇਨ ਕ੍ਰਾਈਟੇਰੀਆ ਸਾਹਿਬ ਤੁਸੀਂ ਆਪਣੇ ਪੋਲੀਟੀਕਲ ਅਰੇਨਾ 'ਚ ਕਰੋ ਸਟੇਟ ਵਾਸਤੇ ਤੁਸੀਂ ਆਪਣੇ ਕੇਸ ਨੂੰ ਤਿਆਰ ਕਰਕੇ ਜਾਓ ਤੇ ਅੱਛੇ ਤਰੀਕੇ ਨਾਲ ਪ੍ਰੈਜ਼ੈਂਟ ਕਰੋ ਉਹਦੇ ਵਿੱਚ ਅਗਰ ਤੁਹਾਡੀ ਨੀਅਤ ਸਹੀ ਹੈ ਤੇ ਤੁਸੀਂ ਕੇਂਦਰ ਦਾ ਪੈਸਾ ਅਗਰ ਇਸ਼ਤਿਹਾਰਾਂ 'ਚ ਨਹੀਂ ਲਾਣਾ ਤਾਂ ਮੈਂ ਸਮਝਦਾ ਕਿਤੇ ਦੇਰ ਨਹੀਂ ਹੋਣੀ ਪਰ ਹੋ ਕੀ ਰਿਹਾ ਹੈ ਅਮਨ ਜੀ ਜਿਹੜਾ ਪੈਸਾ ਇਹਨਾਂ ਕੋਲ ਆ ਰਿਹਾ ਜਿਹੜਾ ਕਹਿੰਦੇ ਸਾਡੇ ਕੋਲ ਪੈਸੇ ਦੀ ਘਾਟ ਨਹੀਂ ਉਹ ਸਾਰਾ ਇਸ਼ਤਿਹਾਰਾਂ 'ਚ ਲੱਗ ਰਿਹਾ ਇਸ਼ਤਿਹਾਰੀ ਗਵਰਨਮੈਂਟ ਹੈ। ਪਹਿਲਾਂ ਤਾਂ ਅਸੀਂ ਸਮਝਦੇ ਸੀ ਇਸ਼ਤਿਹਾਰੀ ਮੁਜਰਮ ਹੁੰਦੇ ਸੀ ਜਿਨ੍ਹਾਂ ਦੀ ਫੋਟੋਆਂ ਲੱਗਦੀ ਸੀ ਵੀ ਇਸ਼ਤਿਹਾਰੀ ਮੁਜਰਮ ਹੈ ਇੱਥੇ ਸਾਰੇ ਇਸ਼ਤਿਹਾਰਾਂ 'ਚ ਚੱਲ ਰਹੀ ਹੈ ਸਰਕਾਰ ਝੂਠੇ ਇਸ਼ਤਿਹਾਰ ਲਗਾ ਕੇ ਇਸ਼ਤਿਹਾਰਾਂ ਨਾਲ ਲੋਕਾਂ ਨੂੰ ਥੋੜੇ ਦਿਨ ਬੇਵਕੂਫ ਬਣਾ ਸਕਦੇ ਹੋ ਪਰ ਸੱਚਾਈ ਕੜਵੀ ਸੱਚਾਈ ਹੈ। ਜਿਸ ਤਰ੍ਹਾਂ ਆਮ ਆਦਮੀ ਕਲੀਨਿਕ ਦਾ ਇੰਨਾ ਸ਼ੋਰ ਪਾਇਆ ਅੱਜ ਕਹਿ ਰਹੇ ਸਾਡੇ ਨਾਲ ਧੱਕਾ ਹੋ ਰਿਹਾ ਜੀ ਸਾਨੂੰ ਹੈਲਥ ਮਿਸ਼ਨ ਦੇ ਪੈਸੇ ਉੱਥੋਂ ਨਹੀਂ ਮਿਲ ਰਹੇ ਪਰ ਆ ਜਿਹੜੇ ਪੈਸੇ ਆਏ ਸੀਗੇ ਹੈਲਥ ਡਿਪਾਰਟਮੈਂਟ ਦੇ ਅੰਦਰ ਉਹ ਤੁਸੀਂ ਆਪਣੀ ਫੋਟੋਆਂ ਦੇ ਅੰਦਰ ਉਹਨਾਂ ਦੇ ਨੋਰਮਸ ਚੇਂਜ ਕਰਕੇ ਅੱਜ ਪਿਛਲੇ 3 ਮਹੀਨਿਆਂ ਤੋਂ ਉਹਨਾਂ ਕਲੀਨਿਕਸ ਦੇ ਅੰਦਰ ਆਮ ਆਦਮੀ ਕਲੀਨਿਕਸ ਦੇ ਅੰਦਰ ਕੰਮ ਕਰਨ ਵਾਲੇ ਡਾਕਟਰ ਸਟਾਫ ਨੂੰ ਤਨਖਾਹਾਂ ਨਹੀਂ ਮਿਲੀਆਂ ਉੱਥੇ ਦਵਾਈਆਂ ਹੈ ਨਹੀਂ ਤੇ ਫਿਰ ਵੀ ਤੁਸੀਂ ਢਕੋਸਲਾ ਕਰੀ ਜਾਂਦੇ ਹੋ 10 ਕਰੋੜ ਰੁਪਏ ਦਾ ਤੁਸੀਂ ਲਾਇਆ ਸੀ 36 ਕਰੋੜ ਰੁਪਏ ਦੇ ਇਸ਼ਤਿਹਾਰ ਲਾ ਰਹੇ ਹੋ 5800 ਕਰੋੜ ਪੈਂਡਿੰਗ ਹੈ ਤੁਹਾਨੂੰ ਲੱਗਦਾ ਨਹੀਂ ਕਿ ਉਹ ਬੀਜੇਪੀ ਤੋਂ ਡਿਮਾਂਡ ਕਰ ਰਹੇ ਹੈ ਕਿ ਉਹ ਵੀ ਜਾਰੀ ਕਰਨਾ ਚਾਹੀਦਾ? ਨਜ਼ਰੀਏ ਦਾ ਫਰਕ ਹੈ ਸਾਹਿਬ ਜਿਹੜਾ ਹੁਣ ਆਰਡੀਐਫ ਦੀ ਗੱਲ ਕਰ ਰਹੇ ਆ ਆਰਡੀਐਫ ਦਾ ਜਿਹੜਾ ਪੈਮਾਨਾ ਸੈੱਟ ਕੀਤਾ ਗਿਆ ਹੈ ਸੈਂਟਰਲ ਗਵਰਨਮੈਂਟ ਦਾ ਇਕੱਲੇ ਪੰਜਾਬ ਵਾਸਤੇ ਨਹੀਂ ਕੀਤਾ ਗਿਆ ਪੂਰੇ ਦੇਸ਼ ਵਾਸਤੇ ਕੀਤਾ ਗਿਆ ਬੀਜੇਪੀ ਦੀ ਸਰਕਾਰ ਹੈ ਹਰਿਆਣੇ 'ਚ ਉਹਨਾਂ ਤੇ ਵੀ ਉਹ ਕਾਨੂੰਨ ਲਾਗੂ ਜਿਹੜਾ ਪੰਜਾਬ ਦੇ ਉੱਤੇ ਹੈ ਦੂਜੇ ਸੂਬਿਆਂ 'ਚ ਅੰਦਰ ਜਿੱਥੇ ਵੀ ਬੀਜੇਪੀ ਦੀ ਸਰਕਾਰ ਹੈ ਚਾਹੇ ਹੋਰ ਕਾਂਗਰਸ ਦੀ ਸਰਕਾਰ ਹੈ ਜਾਂ ਸਾਰਿਆਂ ਤੇ ਇੱਕੋ ਹੀ ਕਾਨੂੰਨ ਹੈ। ਇਹ ਤਾਂ ਲੋਕਾਂ ਨੂੰ ਗੁੰਮਰਾਹ ਕਰਨ ਦੇ ਅੱਜ ਆਪਣੀ ਕਮਜ਼ੋਰੀਆਂ ਨੂੰ ਜਾਂ ਜੋ ਆਪਣੀ ਉਹਨਾਂ ਨੇ ਅਫਰਾ ਤਫਰੀ ਫਾਈਨੈਂਸ਼ੀਅਲ ਮਿਸਮੈਨੇਜਮੈਂਟ ਹੋਈ ਹੈ ਜਿਹੜੀ ਰੇਵੜੀਆਂ ਵੰਡੀਆਂ ਉਹਦਾ ਖਾਮਿਆਜਾ ਹੈ ਉਹ ਕੇਂਦਰ ਸਰਕਾਰ ਤੇ ਪਾ ਕੇ
ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ। ਦੂਸਰਾ ਇੱਕ ਤੁਸੀਂ ਟਵੀਟ ਕੀਤਾ ਹੈ ਪ੍ਰਤਾਪ ਸਿੰਘ ਬਾਜਵਾ ਦਾ, ਔਰ ਜੋ ਤੰਜ ਕੱਸਿਆ ਹੈ, ਉਹ ਮਾਇਨੇ ਕੀ ਨੇ ਉਸਦੇ, ਔਰ ਤੁਹਾਨੂੰ ਕਿਉਂ ਲੱਗਦਾ ਹੈ ਕਿ ਉਹ ਬੀਜੇਪੀ ਦੀ ਇੱਕ ਵਕਾਲਤ ਹੈ ਜਾਂ ਬੈਟਿੰਗ ਹੈਗੀ ਹੈ ਬੀਜੇਪੀ? ਮੈਂ ਤੰਜ ਨਹੀਂ ਉਹਨੂੰ ਕਿਸੇ ਤਰੀਕੇ ਨਾਲ, ਮੈਂ ਤਾਂ ਬੜੇ ਸ਼ਿਸ਼ਟਾਚਾਰ ਦੇ ਤਰੀਕੇ ਨਾਲ ਮੈਂ ਤਾਂ ਕਿਹਾ ਵੀ ਬਦਲੇ ਬਦਲੇ ਮੇਰੀ ਸਰਕਾਰ ਨਜ਼ਰ ਆਤੇ ਹੈ। ਹੁਣ ਸਰਕਾਰ ਕਹਿਣ ਚ ਜੇ ਕਿਸੇ ਨੂੰ ਤੰਜ ਲੱਗਦਾ ਹੈ ਤਾਂ ਮੈਂ ਉਹਦਾ ਮੇਰੇ ਕੋਲ ਕੁਝ ਹੈ ਨਹੀਂ, ਬਟ ਜਿਹੜੇ ਫੈਕਟ ਹੈ ਜਿਹੜੇ ਮੈਂ ਦੇਖੇ ਵੀ ਅੱਜ ਇੱਕ ਪਾਸੇ ਉੱਥੇ ਚਾਹੇ ਮੱਧ ਪ੍ਰਦੇਸ਼ 'ਚ ਜਾਂ ਪਹਿਲਾਂ ਉਧਰ ਕਹਿੰਦੇ ਸੀਗੇ ਮਹਾਰਾਸ਼ਟਰ ਦੇ ਅੰਦਰ ਕਹਿੰਦੇ ਜੀ ਉੱਥੇ ਕਾਂਗਰਸ ਵਾਲੇ ਲੋਟਸ ਆਪਰੇਸ਼ਨ ਦੀ ਗੱਲ ਕਰਦੇ ਸੀ, ਹੁਣ ਇੱਥੇ ਆ ਕੇ ਗੱਲ ਕਰਦੇ ਐ ਵੀ ਨਹੀਂ ਇਹ ਤਾਂ ਸਾਰਾ ਜੋ ਆਮ ਆਦਮੀ ਪਾਰਟੀ ਨੇ ਇਲਜ਼ਾਮ ਲਗਾਏ ਸੀ ਆਪਰੇਸ਼ਨ ਲੋਟਸ ਦੇ ਬਿਲਕੁਲ ਗਲਤ ਹੈ, ਤੇ ਉਹਨੂੰ ਐਮਬੈਰਸ ਕਰਨ ਵਾਸਤੇ ਭਗਵੰਤ ਮਾਨ ਜੀ ਨੂੰ ਇਹਨਾਂ ਨੇ ਉਹ ਕੱਲ ਜਿਹੜਾ ਪਾਇਆ ਹੈ ਸਪੀਕਰ ਸਾਹਿਬ ਨੂੰ ਚਿੱਠੀ, ਮੈਂ ਤਾਂ ਉਹਨੂੰ ਦੇਖਦੇ ਕਿਹਾ ਵੀ ਕਿਵੇਂ ਰੰਗ ਬਦਲੇ ਖੜੇ ਹੋ, ਕੀ ਗੱਲ ਹੈ, ਕੋਈ ਆਪਣੀ ਹਾਈ ਕਮਾਂਡ ਨੂੰ ਕੋਈ ਮੈਸੇਜ ਦੇ ਰਹੇ ਹੋ? ਕਿਉਂਕਿ ਉਹ ਕਹਿੰਦੇ ਨਾ ਕਹੀਂ ਪੇ ਨਿਗਾहें ਕਹੀਂ ਪੇ ਨਿਸ਼ਾਨਾ, ਸਾਡੇ ਜਿਹੜੇ ਸੀਐਲਪੀ ਲੀਡਰ ਹੈ ਉਹ ਇਸ ਕਿਸਮ ਕੰਮਾਂ 'ਚ ਮਾਹਿਰ ਹੈ, ਉਹ ਜਿਹੜੇ ਹੈ ਗੱਲ ਕਿਸੇ ਨੂੰ ਕਹਿਣੀ ਹੁੰਦੀ ਹੈ, ਮੈਸੇਜ ਕਿਸੇ ਨੂੰ ਦੇਣਾ ਹੁੰਦਾ ਹੈ। ਕੀ ਮੈਸੇਜ ਲੱਗਦਾ, ਕੀ ਮੈਸੇਜ ਕੀ ਲੱਗਦਾ? ਮੈਸੇਜ ਦੇਖੋ ਰਾਜਨੀਤਿਕ ਮੈਸੇਜ ਤਾਂ ਬਹੁਤ ਕੁਝ ਲੱਗਦੇ ਆ ਵੀ ਲੋਕ ਸਮਝਣ ਵਾਲੇ ਤਾਂ ਸਮਝ ਗਏ ਵੀ ਹਰੇਕ ਕੋਈ ਆਪਸ਼ਨ ਆਪਣੀ ਖੁੱਲੀ ਰੱਖਣ ਦੀ ਕੋਸ਼ਿਸ਼ ਕਰ ਰਹੇ ਹੈ ਵੀ ਮੈਂ ਕਿਸੇ ਸਾਰਿਆਂ ਨਾਲ ਹਿਸਾਬ ਕਿਤਾਬ ਠੀਕ ਚੱਲਣਗੇ, ਬਟ ਓਨਲੀ ਉਹ ਦੱਸ ਸਕਦੇ ਆ। ਮੈਂ ਤਾਂ ਇੱਕ ਸਿੰਪਲ ਜਿਹਾ ਕੀਤਾ ਵੀ ਅੱਜ ਕੀ ਗੱਲ ਮੂਡ ਬਦਲਿਆ ਹੋਇਆ, ਕਿਸ ਤਰ੍ਹਾਂ ਬੀਜੇਪੀ ਦੇ ਹਿਮਾਇਤ 'ਚ ਉਤਰ ਕੇ ਕਾਂਗਰਸ ਪਾਰਟੀ ਆਈ ਖੜੀ ਹੈ। ਮੈਂ ਉਹਨਾਂ ਨਾਲ ਗੱਲਬਾਤ ਕੀਤੀ ਸੀ, ਉਹ ਕਹਿ ਰਹੇ ਨੇ ਕਿ ਮੈਂ ਸੀਐਲਪੀ ਦਾ ਲੀਡਰ ਹਾਂ, ਇਸ ਕਰਕੇ ਮੇਰਾ ਫਰਜ਼ ਬਣਦਾ ਪੁੱਛਣਾ, ਔਰ ਐਕਸ਼ਨ ਟੇਕਨ ਕੀ ਹੈਗਾ ਉਸ ਤੇ? ਏਟੀਆਰ ਮੰਗੀ ਹੈ ਮੈਂ ਸਰਕਾਰ ਤੋਂ, ਉਸ ਦੇ ਅੰਦਰ ਕਹਿੰਦੇ ਕਿਉਂਕਿ ਪੰਜਾਬ ਦੇ ਲੋਕਾਂ ਦਾ ਪੈਸਾ ਲੱਗਿਆ ਸੀ ਸੈਸ਼ਨ ਬੁਲਾਉਣ ਲਈ, ਇਸ ਕਰਕੇ ਮੈਂ ਲਿਖਿਆ। ਨਹੀਂ ਇਸ 'ਚ ਕੋਈ ਸਫਾਈ ਦੇਣ ਦੀ ਲੋੜ ਨਹੀਂ, ਮੈਂ ਤਾਂ ਬਿਲਕੁਲ ਸਹਿਮਤ ਹਾਂ, ਆਪ ਸਹਿਮਤ ਹਾਂ, ਇਸ ਵੈਲਕਮ ਵੀ ਘੱਟੋ ਘੱਟ ਸੱਚਾਈ ਤਾਂ ਸਾਹਮਣੇ ਆ ਗਈ ਨਾ, ਐਟਲੀਸਟ ਸੱਚਾਈ ਦੀ ਪੈਰੋਕਾਰੀ ਕਰ ਰਹੇ ਹੈ ਵੀ ਬੀਜੇਪੀ ਦੇ ਉੱਤੇ ਝੂਠਾ ਇਲਜ਼ਾਮ ਸੀਗਾ। ਅਗਰ ਸੱਚ ਨੂੰ ਸੱਚ ਕਹਿ ਰਹੇ ਤਾਂ ਅੱਛੀ ਗੱਲ ਹੈ, ਬਿਲਕੁਲ ਕਹਿਣਾ ਚਾਹੀਦਾ। ਇਸ ਦੇ ਵਿੱਚ ਪਾਰਟੀ ਲਾਈਨ ਤੋਂ ਉੱਤੇ ਉੱਠ ਕੇ ਕਰ ਰਹੀ ਹੈ ਤਾਂ ਹੁਣ ਮੈਸੇजेस ਹੈ ਕੀ ਹੈ ਨਹੀਂ ਹੈ ਉਹ ਤਾਂ ਉਹ ਦੱਸ ਸਕਦੇ ਹੈ, ਉਹਨਾਂ ਨੂੰ ਸਫਾਈ ਦੇਣ ਦੀ ਕੋਈ ਲੋੜ ਨਹੀਂ। ਇਟ ਵਾਸ ਜਸਟ ਅ ਸਿੰਪਲ ਆਪਣੇ ਕੰਨੋਂ ਆਈ ਨੋਟਡ ਵੀ ਇਹਨਾਂ ਨੇ ਆ ਜਿਹੜੀ ਬੀਜੇਪੀ ਦੀ ਹਿਮਾਇਤ ਦੇ ਉੱਤੇ ਕਾਂਗਰਸ ਪਾਰਟੀ ਅੱਜ ਉਹ ਦੇਖੋ ਇੱਕ ਇਜ਼ ਨਾਟ ਅ ਇੰਡੀਵਿਜੂਅਲ ਬੰਦਾ ਆਪਣੇ ਤੌਰ ਤੇ ਕੁਝ ਗੱਲ ਕਰੇ ਉਹਦਾ ਕੋਈ ਮਾਇਨਾ ਨਹੀਂ ਨਿਕਲਦਾ ਵੀ ਠੀਕ ਹੈ, ਪਰ ਜਦੋਂ ਕਾਂਗਰਸ ਪਾਰਟੀ ਦੀ ਲੈਜਿਸਲੇਟਿਵ ਵਿੰਗ ਦੇ ਪ੍ਰਧਾਨ ਹੈ, ਇਜ਼ ਅ ਲੀਡਰ ਆਫ ਆਪੋਜੀਸ਼ਨ, ਉਹ ਜਦੋਂ ਆ ਗੱਲ ਕਰਦੇ ਆ ਤਾਂ ਨੈਚੁਰਲੀ ਫਿਰ ਐਂ ਲੱਗਦਾ ਵੀ ਕਾਂਗਰਸ ਪਾਰਟੀ ਜਿਹੜੀ ਹੈ ਬੀਜੇਪੀ ਦੀ ਹਿਮਾਇਤ 'ਚ ਉਤਰੀ ਹੋਈ। ਹਿਮਾਇਤ ਕਿਵੇਂ ਲੱਗਦੀ ਤੁਹਾਨੂੰ? ਇਹ ਮਤਲਬ ਮੈਂ ਸਮਝਣਾ ਚਾਹ ਰਹੀ ਜੀ। ਇਸ ਕਰਕੇ ਕਿਉਂਕਿ ਬੀਜੇਪੀ ਪਹਿਲੇ ਦਿਨੋਂ ਕਹਿ ਰਹੀ ਹੈ ਵੀ ਇਹ ਟੋਟਲ ਬੋਗਸ, ਨਾ ਹੀ ਕਿਸੇ ਨੇ ਕਿਸੇ ਨੂੰ 10 ਕਰੋੜ ਰੁਪਏ ਦਿੱਤੇ, ਨਾ ਹੀ ਆਮ ਆਦਮੀ ਪਾਰਟੀ ਦੇ ਵਿੱਚ ਹੈ ਜੇ ਕੋਈ ਲੀਡਰ ਉਹ ਤਾਂ ਜਿਹੜੇ 50-50 ਹਜ਼ਾਰ ਰੁਪਏ ਦੇ ਇਲਜ਼ਾਮ 'ਚ ਤਾਂ ਮੰਤਰੀ ਵੀ ਕਿਹਾ ਪਰ ਕਿੰਨੇ ਨਹੀਂ ਵਿਜੇ ਸੌਰੀ ਮੈਂ ਉਹਦਾ ਨਾਮ ਕਰ ਰਿਹਾ 5 ਲੱਖ ਰੁਪਏ ਦਾ ਵਿਜੇ ਸਿੰਗਲਾ ਜੀ ਤੇ ਇਲਜ਼ਾਮ ਲੱਗਿਆ ਸੀਗਾ, ਸਰਾਰੀ ਸਾਹਿਬ ਤੇ ਮੇਰੇ ਖਿਆਲ 1-2 ਲੱਖ ਰੁਪਏ ਦਾ ਇਲਜ਼ਾਮ ਸੀਗਾ, ਤੇ ਉਹ ਕਹਿੰਦੇ ਸਾਨੂੰ 10 ਕਰੋੜ ਰੁਪਏ ਆਫਰ ਹੋਏ। ਭਗਵੰਤ ਮਾਨ ਜੀ ਨੇ ਇੱਕ ਵਾਰੀ ਕਹਿੰਦਾ 25 ਕਰੋੜ ਰੁਪਏ ਐਮਐਲਏ ਨੂੰ ਦੇ ਰਹੇ ਸੀਗੇ, ਤੇ ਅਸੀਂ ਤਾਂ ਕਿਹਾ ਬੋਗਸ ਹੈ। ਤੇ ਅੱਜ ਇਹ ਵੀ ਕਹਿ ਰਹੇ ਪ੍ਰਤਾਪ ਬਾਜਵਾ ਜੀ ਵੀ ਇਹ ਤਾਂ ਟੋਟਲ ਇੰਨਾ ਟਾਈਮ ਖਰਾਬ ਕਰਤਾ ਕੱਢਣ ਕੱਤਣ ਨੂੰ, ਤੇ ਕੁਝ ਹੈ ਨਹੀਂ, ਸਾਰੇ ਇਲਜ਼ਾਮ ਬੇਕਾਰ ਸੀਗੇ ਆਮ ਆਦਮੀ ਪਾਰਟੀ ਦੇ। ਸੋ ਆਬਵੀਅਸਲੀ ਇਸ ਇਨਡਾਇਰੈਕਟਲੀ ਪੋਲੀਟੀਕਲ ਫਾਇਦਾ ਹੈ ਬੀਜੇਪੀ ਨੂੰ, ਸਾਨੂੰ ਕਿਸੇ ਹੋਰ ਦੇ ਫਾਇਦੇ ਨੁਕਸਾਨ ਉਹਨਾਂ ਕਨੀ ਨਹੀਂ ਝਾਕਦੇ ਸਾਹਿਬ। ਬੀਜੇਪੀ ਨੇ ਕਿਸੇ ਹੋਰ ਦੇ ਮੋਢਿਆਂ ਦੇ ਉੱਤੇ ਵਿਸਾਖੀਆਂ ਤੇ ਚੱਲਣ ਦਾ ਹੁਣ ਟਾਈਮ ਨਿਕਲ ਗਿਆ ਸਾਹਿਬ, ਨਾ ਅਕਾਲੀਆਂ ਨਾਲ ਨਾ ਇਹਨਾਂ ਦੇ ਉੱਤੇ ਨਿਰਭਰ ਕਰਦੇ, ਬਟ ਉਹਨਾਂ ਨੂੰ ਅੱਜ ਸੱਚਾਈ ਪਤਾ ਲੱਗ ਗਈ, ਘੱਟੋ ਘੱਟ ਕਾਂਗਰਸ ਦੀਆਂ ਅੱਖਾਂ ਖੁੱਲ ਗਈਆਂ। ਅਸੀਂ ਇਸ ਗੱਲ ਨੂੰ ਐਪਰੀਸ਼ੀਏਟ ਕਰਦੇ ਹਾਂ ਵੀ ਚੰਗਾ ਉਹਨਾਂ ਨੂੰ ਪਤਾ ਲੱਗਿਆ ਵੀ ਬੀਜੇਪੀ ਇਹਨਾਂ ਕੰਮਾਂ 'ਚ ਨਹੀਂ ਪੈਂਦੀ, ਚਾਹੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਵੇ ਤੇ ਚਾਹੇ ਉੱਥੇ ਮਹਾਰਾਸ਼ਟਰ ਦੀ ਜਾਂ ਕਿਤੇ ਦੀ ਵੇ। ਆਪਸ਼ਨ ਕਿਸ ਤਰੀਕੇ ਦੀ ਖੁੱਲੀ ਰੱਖ ਰਹੇ ਨੇ ਪ੍ਰਤਾਪ ਬਾਜਵਾ? ਉਹੀ ਦੱਸ ਸਕਦੇ ਸਭ, ਓਨਲੀ ਹੀ ਕੈਨ ਟੈਲ ਵੀ ਕਿਸ ਕਿਸਮ ਦਾ ਉਹਨਾਂ ਨੇ ਕੀਤਾ ਹੈ ਕਿ ਨਹੀਂ ਕੀਤਾ, ਉਹਦੇ ਉੱਤੇ ਉਹੀ ਦੇਣਗੇ, ਬਟ ਉਹਨਾਂ ਨੇ ਜਿਹੜੀ ਅੱਖਾਂ ਖੁੱਲੀਆਂ ਕਾਂਗਰਸ ਪਾਰਟੀ ਦੀ, ਮੈਂ ਉਹਦਾ ਸਵਾਗਤ ਕਰਦਾ। ਲੈਟਰ ਤੁਹਾਨੂੰ ਲੱਗਦਾ ਕਿ ਲਿਖ ਸਕਦੇ ਆ, ਪੋਲੀਟੀਕਲੀ ਲਿਖ ਸਕਦੇ ਆ ਜਾਂ ਨਹੀਂ ਲਿਖਣਾ ਚਾਹੀਦਾ ਸੀ? ਨਹੀਂ ਸਭ ਕੀ ਲਿਖ ਸਕਦੇ ਨਹੀਂ ਸਕਦੇ ਉਹਨਾਂ ਦਾ ਉਹ ਪ੍ਰੈਰੋਗੇਟਿਵ ਹੈ। ਮੈਂ ਤਾਂ ਉਸ ਗੱਲ ਨੂੰ ਐਪਰੀਸ਼ੀਏਟ ਕਰ ਰਿਹਾ ਵੀ ਉਹਨਾਂ ਨੂੰ ਸੱਚਾਈ ਦਾ ਪਤਾ ਲੱਗਿਆ, ਸੱਚਾਈ छिप नहीं सकती बनावटी इनके दावों से आम आदमी पार्टी के, ਤੇ ਇਸ ਗੱਲ ਦਾ ਅਹਿਸਾਸ ਹੁਣ ਕਾਂਗਰਸ ਪਾਰਟੀ ਨੂੰ ਵੀ ਹੋ ਗਿਆ ਵੀ ਇਹ ਟੋਟਲ ਝੂਠੇ ਇਲਜ਼ਾਮ ਸੀਗੇ ਜਿਹੜੇ ਬੀਜੇਪੀ ਦੇ ਉੱਤੇ ਆਮ ਆਦਮੀ ਪਾਰਟੀ ਨੇ ਲਗਾਏ। ਪਰ ਉਹ ਕਹਿ ਰਹੇ ਨੇ ਕਿ ਐਫਆਈਆਰ ਤੇ ਮੈਂ ਤਾਂ ਲਿਖਿਆ ਹੈ, ਜਿਵੇਂ ਉਹਨਾਂ ਨੇ ਕਲੈਰੀਫਿਕੇਸ਼ਨ ਦਿੱਤਾ ਕਿ ਐਫਆਈਆਰ ਤੇ ਲਿਖਿਆ ਹੈ ਕਿ ਐਫਆਈਆਰ ਦੀ ਕਾਰਵਾਈ ਕੀ ਹੋਈ, ਬੀਜੇਪੀ ਲੀਡਰ ਕਿਹੜੇ ਫੜੇ ਗਏ, ਕਿਹੜੇ ਵਿਧਾਇਕ ਤੇ ਕਾਰਵਾਈ ਹੋਈ। ਦੇਖੋ ਤੁਸੀਂ ਵੀ ਸਮਝਦੇ ਹੋ, ਲੋਕ ਵੀ ਸਮਝਦੇ ਆ ਵੀ ਕਿਹੜੀ ਕਾਰਵਾਈ ਹੋਈ ਹੁੰਦੀ ਤਾਂ ਇਹਨਾਂ ਨੂੰ ਪਤਾ ਹੀ ਨਹੀਂ, ਲੋੜ ਹੀ ਨਹੀਂ ਪੈਣੀ ਸੀ ਚਿੱਠੀ ਲਿਖਣ ਦੀ। ਬਾਜਵਾ ਸਾਹਿਬ ਨੂੰ ਵੀ ਪਤਾ ਵੀ ਨਾ ਤਾਂ ਕੋਈ ਉਸ ਕੱਢਣ ਕੱਤਣ ਨੂੰ ਸੀਗਾ, ਨਾ ਹੀ ਕੋਈ ਪਕੜਿਆ ਗਿਆ, ਨਾ ਹੀ ਪਕੜਨ ਵਾਲਾ ਕੋਈ ਮਟੀਰੀਅਲ ਸੀਗਾ, ਨਾ ਹੀ ਕੋਈ ਕਿਸੇ ਨੇ 10 ਕਰੋੜ ਰੁਪਏ ਛੱਡ ਕਿਸੇ ਐਮਐਲਏ ਨੂੰ 10 ਰੁਪਏ ਨਹੀਂ ਆਫਰ ਕੀਤੇ ਗਏ। ਆਪ ਤਾਂ ਕਹਿ ਰਹੇ ਆ ਵੀ ਇਹ ਜੇ ਲੋਕ ਆ ਗਏ। ਕੱਲ ਤਾਂ ਬਾਜਵਾ ਸਾਹਿਬ ਆਪਣੇ ਆਪ ਨੂੰ ਡਿਫੈਂਡ ਕਰ ਰਹੇ ਸੀ ਵੀ
ਚਾਰਜਰ ਆ ਗਿਆ ਤੇ ਦੂਜੇ ਪਾਸੇ ਹੁਣ ਇਹ 10 ਕਰੋੜ ਰੁਪਏ ਮੰਗਣ ਵਾਲੀ ਗੱਲ ਕਰੀ ਜਾਂਦੇ ਵੀ ਸਾਨੂੰ 25 ਕਰੋੜ ਰੁਪਏ ਆਫਰ ਹੋ ਗਏ। ਸੋ ਆਬਵੀਅਸਲੀ ਹੀ ਇਜ਼ ਕੰਟਰਾਡਿਕਟਿੰਗ ਹਿਮਸੈਲਫ ਬਾਜਵਾ ਸਾਹਿਬ। ਤੇ ਚਾਰਜਰ ਕਿਵੇਂ ਜਿਹੜਾ ਉਹਨਾਂ ਨੇ ਕਿਹਾ ਸੀਗਾ ਵੀ ਇੱਕ ਚਾਰਜਰ ਵਾਲੇ ਨੇ ਸਾਡੇ ਉਹ ਵਿਚਾਰੇ ਚੀਫ ਮਿਨਿਸਟਰ ਨੂੰ ਰਾਸ ਆਪ ਦਾ ਚੀਫ ਮਿਨਿਸਟਰ ਦਾ ਵਿਚਾਰਾ ਹੋ ਗਿਆ ਤੇ ਉਹਨਾਂ ਨੂੰ ਕਹਿ ਰਹੇ ਚਾਰਜਰ ਵਾਲੇ ਨੂੰ ਕਹਿ ਰਹੇ ਸੋ ਇਸ ਕਿਸਮ ਦੀ ਜਿਹੜੀ ਲੈਂਗੁਏਜ ਹੈ ਜਿਸ ਨੂੰ ਲੈ ਕੇ ਇਹਨਾਂ ਨੇ ਧਾਰੀਵਾਲ ਸਾਹਿਬ ਨੇ ਤੇ ਬਾਕੀ ਚੀਮਾ ਸਾਹਿਬ ਵਗੈਰਾ ਸਾਰਿਆਂ ਨੇ ਪ੍ਰੈਸ ਕਾਨਫਰੰਸ ਕੀਤੀ। ਹਿਮਾਇਤ ਨਹੀਂ ਸਾਹਿਬ ਹੀ ਐਟਲੀਸਟ ਉਹਨਾਂ ਨੂੰ ਕਾਂਗਰਸ ਨੂੰ ਚਾਨਣਾ ਹੋ ਗਿਆ ਵੀ ਬੀਜੇਪੀ ਆਪਰੇਸ਼ਨ ਲੋਟਸ ਕਿਤੇ ਨਾ ਕੋਈ ਆਪਰੇਸ਼ਨ ਲੋਟਸ ਸੀਗਾ, ਨਾ ਬੀਜੇਪੀ ਨੇ ਕਿਸੇ ਆਪ ਦੇ ਐਮਐਲਏ ਨੂੰ ਪੈਸੇ ਦਿੱਤੇ, ਨਾ ਹੀ ਇਸ ਕੰਮਾਂ 'ਚ ਬੀਜੇਪੀ ਯਕੀਨ ਕਰਦੀ। ਇਸ ਗੱਲ ਦਾ ਇਹਨਾਂ ਨੇ ਪ੍ਰਗਟਾਵਾ ਜਿਹੜਾ ਉਸ ਲੈਟਰ ਦੇ ਥਰੂ ਕੀਤਾ ਹੈ। ਬਾਕੀ ਸਟੇਟ ਦਾ ਤਾਂ ਬਾਜਵਾ ਸਾਹਿਬ ਜਾਣ। ਮੈਨੂੰ ਤਾਂ ਲੱਗਦਾ ਵੀ ਜਿਹੜਾ ਇਹਨਾਂ ਨੂੰ ਇੱਥੇ ਚਾਨਣਾ ਹੋ ਗਿਆ ਬਾਕੀਆਂ ਨੂੰ ਵੀ ਚਾਨਣਾ ਹੋ ਜਾਊਗਾ। ਜੇ ਇੱਕ ਸਟੇਟ ਦੇ ਸੀਐਲਪੀ ਲੀਡਰ ਨੂੰ ਹੋ ਗਿਆ ਤਾਂ ਬਾਕੀ ਵਾਲੇ ਨੂੰ ਵੀ ਚਾਨਣਾ ਹੋ ਜਾਊਗਾ। ਇੱਕ ਆਖਰੀ ਸਵਾਲ ਹੈ, ਵਿਧਾਨ ਸਭਾ ਦਾ ਸੈਸ਼ਨ 19-20 ਤਰੀਕ ਦਾ ਕਾਲ ਕੀਤਾ ਗਿਆ ਹੈ, ਏਜੰਡਾ ਹਾਲੇ ਤੱਕ ਕਲੀਅਰ ਨਹੀਂ ਹੈ। ਕਾਂਗਰਸ ਇਹ ਵੀ ਕਹਿੰਦੀ ਹੈ ਕਿ ਦਿੱਲੀ ਜਿਵੇਂ ਪਹਿਲਾਂ ਆਪਰੇਸ਼ਨ ਲੋਟਸ ਤੇ ਏਜੰਡਾ ਰੱਖਿਆ ਗਿਆ ਸੀ ਉਵੇਂ ਹੀ ਆਰਡੀਨੈਂਸ ਤੇ ਹੋ ਸਕਦਾ ਹੈ ਕਿ ਏਜੰਡਾ ਰੱਖਿਆ ਜਾਏ ਔਰ ਕੇਜਰੀਵਾਲ ਹੋਣੀ ਵੀ ਇੱਥੇ ਸ਼ਾਮਲ ਹੋਣਗੇ। ਉਸ ਤਰੀਕੇ ਦਾ ਏਜੰਡਾ ਇਸ ਵਾਰ ਵਿਧਾਨ ਸਭਾ ਦਾ ਹੈਗਾ। ਵਿਧਾਨ ਸਭਾ ਦੀ ਇਸ ਕਾਲ ਨੂੰ ਕਿਵੇਂ ਦੇਖਦੇ ਹੋ? ਦੇਖੋ ਵਿਧਾਨ ਸਭਾ ਇੱਕ ਦਿਨ ਦੀ ਬੁਲਾ ਕੇ ਇੱਕ ਦਿਨ ਉਹ ਵਿਚਰੀ ਚ ਕੱਢ ਦੇਣਗੇ। 19 ਤਰੀਕ ਨੂੰ 20 ਨੂੰ ਇੱਕ ਦਿਨ ਦੀ ਡਿਸਕਸ਼ਨ ਹੈ। ਉਹਦੇ ਵਿੱਚ ਵੀ ਪਹਿਲਾਂ ਆਪ ਦੇ ਇਹਨਾਂ ਦੇ ਬਿਆਨ ਆਏ ਵੀ ਅਸੀਂ ਦਿੱਲੀ ਆਰਡੀਨੈਂਸ ਨੂੰ ਲੈ ਕੇ ਕਰਾਂਗੇ। ਉਹਦੇ ਵਿੱਚ ਅਜੇ ਤਾਈਂ ਇਹਨਾਂ ਦੀ ਨਾ ਤਾਂ ਕਾਂਗਰਸ ਪਾਰਟੀ ਦੀ ਅਜੇ ਤਾਈਂ ਕੋਈ ਕਲੈਰਿਟੀ ਸਾਹਮਣੇ ਆਈ ਵੀ ਅਸੀਂ ਕਿੱਥੇ ਖੜੇ ਹਾਂ ਆਰਡੀਨੈਂਸ ਦੇ ਉੱਤੇ। ਅੱਧੇ ਕੁ ਬੋਲ ਰਹੇ ਅਸੀਂ ਉਹਦੇ ਖਿਲਾਫ ਹਾਂ, ਆਰਡੀਨੈਂਸ ਦੇ ਅਸੀਂ ਖਿਲਾਫ ਆਰਡੀਨੈਂਸ ਦੇ ਖਿਲਾਫ ਹਾਂ, ਪਰ ਅਸੀਂ ਆਮ ਆਦਮੀ ਪਾਰਟੀ ਦੇ ਖਿਲਾਫ ਹਾਂ। ਦਿੱਲੀ ਦੇ ਵਿੱਚ ਕਾਂਗਰਸ ਪਾਰਟੀ ਕਹਿ ਰਹੀ ਹੈ ਵੀ ਆਸ਼ੀਸ਼ ਮਹਿਲ ਦੇ ਉੱਤੇ ਇਹਦੇ ਐਵੀਡੈਂਸ ਨੂੰ ਖਤਮ ਕਰਨ ਵਾਸਤੇ ਇਹ ਜਿਹੜੇ ਆਫਿਸਰਸ ਨੂੰ ਚੇਂਜ ਕਰ ਰਹੇ ਸੀ ਉਹਦੇ ਵਾਸਤੇ ਉਹਨਾਂ ਨੇ ਸਵਾਗਤ ਕੀਤਾ ਹੈ ਦਿੱਲੀ ਕਾਂਗਰਸ ਨੇ ਵੀ ਆਰਡੀਨੈਂਸ ਬਿਲਕੁਲ ਸਹੀ ਹੈ। ਵੀ ਕਹਿ ਰਹੇ ਹੈ ਹੁਣ ਸੈਂਟਰਲ ਹਾਈ ਕਮਾਂਡ ਦਾ ਕਾਂਗਰਸ ਦਾ ਕੀ ਰਵੱਈਆ ਹੈ ਉਹ ਤਾਂ ਪਤਾ ਲੱਗੂਗਾ ਜਦੋਂ ਜਿਸ ਦਿਨ ਆਰਡੀਨੈਂਸ ਦੇ ਉੱਤੇ ਪਾਰਲੀਮੈਂਟ 'ਚ ਵੋਟਿੰਗ ਹੋਊਗੀ। ਪਰ ਇੱਥੇ ਜੋ ਕੁਝ ਹੋ ਰਿਹਾ ਹੈ ਮੁੱਦੇ ਪੰਜਾਬ ਦੇ ਬਹੁਤ ਸਾਰੇ ਹੋਣ ਵਾਲੇ ਅਜੇ ਬਕਾਇਆ ਪਏ ਹੈ। ਆ 700 ਬੱਚਿਆਂ ਦਾ ਜਿਹੜਾ ਮੁੱਦਾ ਹੈ ਮੈਂ ਸਮਝਦਾ ਵੀ ਉਹਦੇ ਵਿੱਚ ਇੱਕ ਇਸ਼ੂ ਉੱਥੇ ਡਿਸਕਸ ਹੋਣਾ ਚਾਹੀਦਾ ਹੈ। ਮੈਂ ਸਾਡੇ ਬੀਜੇਪੀ ਦੇ ਪ੍ਰਧਾਨ ਸਾਹਿਬ ਕਿਉਂਕਿ ਐਮਐਲਏ ਉਹ ਬੈਠਣਗੇ ਉੱਥੇ ਅਸ਼ਵਨੀ ਸ਼ਰਮਾ ਜੀ, ਜੰਗੀ ਲਾਲ ਮਹਾਜਨ ਸਾਹਿਬ ਨਾਲ ਰਿਕੁਐਸਟ ਵੀ ਕੀਤੀ ਹੈ ਵੀ ਤੁਸੀਂ ਵੀ ਉੱਥੇ ਇਸ ਮੁੱਦੇ ਤੇ ਜ਼ਰੂਰ ਪੁੱਛਣ ਵੀ ਤੁਸੀਂ 1 ਸਾਲ ਹੋ ਗਿਆ ਤੁਹਾਨੂੰ, ਤੁਸੀਂ ਇਹ ਜਿਹੜੇ ਫਰਾਡ ਕਰ ਰਹੇ ਹੈ ਜਿਹੜੇ ਲੋਕ ਵੀਜ਼ਾਜ਼ ਜਾਂ ਝੂਠੇ ਫੇਕ ਪੇਪਰਸ ਬਣਾ ਕੇ ਐਡਮਿਸ਼ਨ ਪੇਪਰ ਜਾਂ ਐਗਜ਼ਾਮ ਜਿਹੜੇ ਕਲੀਅਰ ਕਰਾ ਕੇ ਐਡਮਿਸ਼ਨ ਦੇ ਉੱਥੇ ਉਹਨਾਂ ਦੇ ਉੱਤੇ ਕੀ ਕਾਰਵਾਈ ਕੀਤੀ ਹੈ? ਕਿੰਨੇ ਟਰੈਵਲ ਏਜੰਟ ਜਿਹੜੇ ਇਸ ਕਿਸਮ ਦੇ ਉਹਨਾਂ ਨੂੰ ਪਕੜਿਆ ਹੈ, ਉਹਨਾਂ ਨੂੰ ਤੁਸੀਂ ਸਜ਼ਾ ਕਰਵਾਈ ਹੈ ਤਾਂ ਕਿ ਇਹ ਰੋਕਿਆ ਜਾ ਸਕੇ? ਅਮਨ ਜੀ ਇਹਦਾ ਹੋਊਗਾ ਕੀ? ਇਹਦਾ ਲੌਂਗ ਟਰਮ ਇੰਪੈਕਟ ਕੀ ਹੋਊਗਾ ਵੀ ਹੁਣ ਜਿਹੜੇ ਬੱਚੇ 700 ਹੈ ਉਹਨਾਂ ਨੂੰ ਤਾਂ ਹਿੰਦੁਸਤਾਨ ਦੀ ਗਵਰਨਮੈਂਟ ਦੀ ਇਨਵੋਲਵਮੈਂਟ ਕਰਕੇ ਸ਼ਾਇਦ ਉੱਥੇ ਰੋਕੇ ਜਾਣ। ਅਜੇ ਨਹੀਂ ਤਾਂ ਪ੍ਰੋਸੈਸ ਚਾਲੂ ਹੈ ਵੀ ਵਿਲ ਗਿਵ them opportunity, that's a welcome step। ਤੇ ਮੈਂ ਉਹਦੇ ਵਾਸਤੇ ਨਾ ਸਿਰਫ ਕੈਨੇਡੀਅਨ ਗਵਰਨਮੈਂਟ ਦਾ ਬਲਕਿ ਉੱਥੇ ਬੈਠੇ ਸਾਡੇ ਸਾਰੇ ਪੰਜਾਬੀ ਭਰਾਵਾਂ ਦਾ ਉਹਨਾਂ ਦਾ ਮੈਂ ਧੰਨਵਾਦ ਕਰਦਾ ਵੀ ਉਹ ਉਤਰ ਕੇ ਖੁੱਲ੍ਹ ਕੇ ਆਪਣੇ ਬੱਚਿਆਂ ਦੇ ਉਹਨਾਂ ਦੇ ਹੱਕ 'ਚ ਨਿਤਰੇ ਉੱਥੇ। ਤੇ ਅੱਜ ਜਿਹੜੀ ਹਿੰਦੁਸਤਾਨ ਦੀ ਗਵਰਨਮੈਂਟ ਨੇ ਇੰਟਰਵੀਨ ਕੀਤਾ, ਜੈ ਸ਼ੰਕਰ ਜੀ ਨੇ ਕੀਤਾ, ਆਪਣੀ ਰੈਪੂਟੇਸ਼ਨ ਹਿੰਦੁਸਤਾਨ ਦੀ ਜਿਹੜੀ ਉਹਨੂੰ ਲੈ ਕੇ ਕੈਨੇਡਾ ਗਵਰਨਮੈਂਟ ਨੇ ਇੱਕ ਬੜਾ ਅੱਛਾ ਫੈਸਲਾ ਲਿਆ ਵੀ ਅਸੀਂ ਸਾਰਿਆਂ ਨੂੰ ਅਪਰਚੂਨਿਟੀ ਦੇਵਾਂਗੇ। ਪਰ ਇਹਦਾ ਹੁਣ ਜਦੋਂ ਉਹ ਜਿਹੜੇ ਲੂਪ ਹੋਲਸ ਹੈ ਜਿਹਨੂੰ ਫਰਾਡ ਨੂੰ ਜਿਹਨੂੰ ਕਰਨਗੇ ਜਦ ਉਹਨੂੰ ਦੇਖਦੇ ਹੋਏ ਅਗਰ ਕੈਨੇਡੀਅਨ ਇਮੀਗ੍ਰੇਸ਼ਨ ਨੇ ਕੱਲ੍ਹ ਵਾਲੀ ਜਨਰੇਸ਼ਨ ਵਾਸਤੇ ਉੱਥੇ ਕਾਨੂੰਨ ਐਂਟਰੀ ਦੇ ਹੋਰ ਸਖਤ ਕਰਤੇ ਉਹਦਾ ਖਾਮਿਆਜ਼ਾ ਕੌਣ ਭੁਗਤੂਗਾ? ਜਿਹੜੇ ਇੱਥੇ ਫਰਾਡ ਲੋਕ ਬੈਠੇ ਸੀਗੇ, ਏਜੰਟ ਸੀਗੇ, ਉਹਨਾਂ ਨੇ ਤਾਂ ਦੁਕਾਨ ਬੰਦ ਹੋਈ ਨਹੀਂ, ਉਹ ਹੁਣ ਜ਼ਿਆਦਾ ਪੈਸੇ ਚਾਰਜ ਕਰਨਗੇ। ਕੱਲ ਜਿਹੜੇ ਬੱਚਿਆਂ ਨੇ ਜਾਣਾ ਹੈ ਕੱਲ ਹੋ ਸਕਦਾ 5-10 ਲੱਖ ਰੁਪਏ ਪਹਿਲਾਂ ਲੈਂਦੇ ਸੀਗੇ, ਹੁਣ ਉਹਨਾਂ ਨੇ ਫੀਸ ਵਧਾ ਕੇ 20 ਕਰ ਦੇਣੀ ਹੈ ਜੀ। ਬਹੁਤ ਮੁਸ਼ਕਿਲ ਹੋ ਗਿਆ ਜੀ ਉੱਥੇ ਤਾਂ ਐਡਮਿਸ਼ਨ ਵਾਸਤੇ ਜੀ, ਬੜਾ ਮੁਸ਼ਕਿਲ ਹੈ ਜੀ, ਪੈਸੇ ਲੱਗਣਗੇ। ਹੁਣ ਕਿਸੇ ਨਾ ਕਿਸੇ ਗਰੀਬ ਦਾ 1 ਕਿੱਲੇ ਦੀ ਥਾਂ 2 ਕਿੱਲੇ ਵਿਕਵਾਣਗੇ। ਇਹਦਾ ਜ਼ਿੰਮੇਵਾਰ ਕੌਣ ਹੈ? ਇਸ ਸਰਕਾਰ ਤੋਂ ਜਵਾਬਦੇਹੀ ਹੋਵੇ, ਉਸ ਤੋਂ ਪੁੱਛਿਆ ਜਾਵੇ ਵੀ ਤੁਸੀਂ 1 ਸਾਲ 'ਚ ਕੀ ਕੀਤਾ ਇਸ ਮਸਲੇ ਦੇ ਉੱਤੇ, ਉਹਦਾ ਜਵਾਬ ਦਿਓ। ਕੇਂਦਰ ਸਰਕਾਰ ਨੇ ਆਪਣਾ ਰੋਲ ਨਿਭਾਤਾ, ਉਹਦਾ ਬੈਨੀਫਿਟ ਵੀ ਮਿਲਿਆ। ਪੰਜਾਬੀਆਂ ਨੇ ਆਪਣਾ ਰੋਲ ਜਿਹੜੇ ਬੈਠੇ ਆ ਕੈਨੇਡਾ 'ਚ ਉਹਨਾਂ ਨੇ ਨਿਭਾਤਾ, ਤੁਸੀਂ ਕੀ ਕਰ ਰਹੇ ਹੋ? ਇਹਦਾ ਜਵਾਬ ਦਿਓ। ਰੈਦਰ ਦੈਨ ਬੀਟਿੰਗ ਅਰਾਊਂਡ ਦਾ ਬੁਸ਼ ਵੀ ਸਾਡਾ ਸ਼ੀਸ਼ ਮਹਿਲ ਦੇ ਉੱਤੇ ਇਨਕੁਆਇਰੀ ਹੋ ਰਹੀ ਹੈ ਜੀ, ਅਫਸਰ ਬਦਲਣ ਦੀ ਸਾਨੂੰ ਪਰਮਿਸ਼ਨ ਦਿਓ, ਇਸ ਕਰਕੇ ਆਰਡੀਨੈਂਸ ਨਹੀਂ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ। ਵਿਰੋਧ ਕਰਕੇ ਵਿਰੋਧ ਨਹੀਂ ਸਾਹਿਬ। ਜਿਹੜੇ ਲੋਕ 2 ਕਮਰਿਆਂ ਦੇ ਅੰਦਰ ਰਹਿਣ ਨੂੰ ਤਿਆਰ ਸੀਗੇ, ਕੇਜਰੀਵਾਲ ਸਾਹਿਬ ਮੈਂ 2 ਕਮਰੇ ਦੇ ਫਲੈਟ ਮੈਂ ਰਹੂੰਗਾ, ਅੱਜ 46 ਕਰੋੜ ਰੁਪਏ ਦਾ ਸ਼ੀਸ਼ ਮਹਿਲ ਕਿਉਂ ਬਣਾਇਆ? ਉਹਨਾਂ ਦੇ ਉੱਤੇ ਡਿਸਕਸ਼ਨ ਹੋਵੇ, ਸ਼ਾਇਦ ਉੱਥੇ ਤਾਂ ਪਤਾ ਲੱਗੇ। ਪਰ ਬੱਚਿਆਂ ਦੇ ਵੀ ਇਸ਼ੂਜ਼ ਹੈ, ਤੁਸੀਂ ਕਹਿ ਰਹੇ ਹੋ ਵਿਧਾਨ ਸਭਾ ਦੇ ਬਹੁਤ ਇਸ਼ੂਜ਼ ਹੈ ਸਭ। ਜਿਹੜੇ ਲੋਕ ਕਹਿੰਦੇ ਸੀ ਵੀ ਲੰਬੇ ਸੈਸ਼ਨ ਕਰਵਾਇਆ ਕਰਾਂਗੇ 1 ਦਿਨ ਦਾ, ਫਿਰ ਸੈਸ਼ਨ ਕੀ ਮਾਇਨੇ ਇਸ ਗੱਲ ਦਾ?
ਸੈਸ਼ਨ ਬੁਲਾਣਾ ਤਾਂ ਪੂਰਾ ਕਰੋ। ਕੁਐਸਚਨ ਤੁਸੀਂ ਐਕਸੈਪਟ ਕਰਨੇ ਸੀਗੇ, ਲੋਕਾਂ ਨੂੰ ਟਾਈਮ ਦੇਣਾ ਸੀ, ਐਮਐਲਏਜ਼ ਨੂੰ ਆਪਣੇ ਕੁਐਸਚਨ ਲਾਉਂਦੇ, ਗੱਲਬਾਤ ਹੁੰਦੀ, ਡਿਟੀਰੀਏਟਿੰਗ ਲਾਅ ਐਂਡ ਆਰਡਰ ਸਿਚੁਏਸ਼ਨ, ਡਕੈਤੀਆਂ ਹੋ ਰਹੀਆਂ। ਪਰ ਇੱਕ ਗੱਲ ਦੀ ਮੈਂ ਤੁਹਾਡੇ ਚੈਨਲ ਦੇ ਰਾਹੀਂ ਹੁਣੇ ਮੈਂ ਦੇਖ ਰਿਹਾ ਸੀਗਾ ਵੀ ਜਿਹੜੀ ਉਹ ਮਾਸਟਰ ਮਾਈਂਡ ਸੀ ਉਹ ਵੀ ਪਕੜੀ ਗਈ ਤੇ ਉਹਦੇ ਹਸਬੈਂਡ ਤੇ ਬਾਕੀ ਲੋਕ ਵੀ ਪਕੜੇ ਗਏ। ਪੰਜਾਬ ਪੁਲਿਸ ਨੂੰ ਵਧਾਈ ਦੇਣਾ, ਕੰਪਲੀਮੈਂਟ ਦਾ ਆਫੀਸਰਸ, ਤੇ ਖਾਸ ਤੌਰ ਤੇ ਲੁਧਿਆਣਾ ਜਿਹੜੀ ਪੁਲਿਸ ਹੈ, ਕਮਿਸ਼ਨਰ ਸਾਹਿਬ, ਉਹਨਾਂ ਨੇ ਬੜਾ ਮੁਸਤੈਦੀ ਨਾਲ ਕੰਮ ਕੀਤਾ ਹੈ। ਕ੍ਰੈਡਿਟ ਸ਼ੁੱਡ ਬੀ ਗਿਵਨ ਵੇਅਰ ਇਟ ਇਜ਼ ਡਿਊ। ਉਹਨਾਂ ਨੇ ਵਧੀਆ ਕੰਮ ਕੀਤਾ ਹੈ, ਉਹਨਾਂ ਦੀ ਵਧਾਈ। ਪਰ ਬਾਕੀ ਪੰਜਾਬ ਦੇ ਅੰਦਰ ਜੋ ਕੁਝ ਹੋ ਰਿਹਾ ਹੈ ਉਹਦੀ ਜ਼ਿੰਮੇਵਾਰੀ ਵੀ ਪੰਜਾਬ ਸਰਕਾਰ ਉਸ ਤੋਂ ਭੱਜ ਨਹੀਂ ਸਕਦੀ। ਦੇयर इज अ लॉट दैट नीड्स टू बी डन। ਸੁਨੀਲ ਜਾਖੜ ਉਹਨੀ ਗੱਲਬਾਤ ਕਰ ਰਹੇ ਸੀ ਕਿ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਹੈ ਉਹ ਪੰਜਾਬ ਦੇ ਮੁੱਦਿਆਂ ਤੇ ਡਿਸਕਸ਼ਨ ਹੋਣੀ ਚਾਹੀਦੀ ਹੈ, ਜ਼ਿਆਦਾ ਦਿਨਾਂ ਦਾ ਰੱਖਿਆ ਜਾਣਾ ਚਾਹੀਦਾ ਹੈ। ਨਾਲ ਹੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਜੋ ਲੈਟਰ ਲਿਖੀ ਗਈ ਉਸ ਤੇ ਵੀ ਜਿਹੜਾ ਹੈ ਜਵਾਬ ਦਿੱਤਾ ਹੈ ਕਿ ਕਿਵੇਂ ਆਪਰੇਸ਼ਨ ਲੋਟਸ ਤੇ ਇੱਕ ਕਲੀਨ ਚਿੱਟ ਕਾਂਗਰਸ ਦੇ ਲੀਡਰ ਹੀ ਹੁਣ ਭਾਜਪਾ ਨੂੰ ਦੇ ਰਹੇ ਨੇ। ਕੈਮਰਾਮੈਨ ਅਜੇ ਦੇ ਨਾਲ ਅਮਨ ਭਾਰਦਵਾਜ, ਨਿਊਜ਼ 18 ਚੰਡੀਗੜ੍ਹ।